स्वागत है पीटीसी न्यूज़ ਵਿੱਚ ਸਾਰੇ ਦਰਸ਼ਕਾਂ ਦਾ। ਮੈਂ ਹਰਪ੍ਰੀਤ ਸਿੰਘ ਕਿਸ ਦਾ ਪੰਜਾਬ 2022 ਖਾਸ ਪ੍ਰੋਗਰਾਮ ਲੈ ਕੇ ਇੱਕ ਵਾਰ ਫਿਰ ਤੋਂ ਤੁਹਾਡੇ ਸਾਹਮਣੇ ਹਾਜ਼ਰ ਹਾਂ। ਕਾਂਗਰਸ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆਂ। ਈਡੀ ਨੇ ਇੱਕ ਵਾਰ ਫਿਰ ਤੋਂ ਚੰਨੀ ਦੇ ਭਤੀਜੇ ਨੂੰ ਦਬੋਚ ਲਿਆ, ਹਨੀ ਨੂੰ ਦਬੋਚ ਲਿਆ। ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਦੇ ਤੇਵਰ ਵੀ ਤਿੱਖੇ ਹੋ ਗਏ ਨੇ ਜਦੋਂ ਤੋਂ ਉਹਨਾਂ ਨੂੰ ਹਿੰਟ ਮਿਲੀ ਹੈ ਕਿ ਸੀਐਮ ਫੇਸ ਚੰਨੀ ਹੋ ਸਕਦੇ ਨੇ। ਉਹ ਕਹਿੰਦੇ ਨੇ ਕਿ ਉੱਪਰਲੇ ਚਾਹੁੰਦੇ ਨੇ ਕਠਪੁਤਲੀ ਵਾਲਾ ਸੀਐਮ, ਪਰ ਇਹ ਪੰਜਾਬ ਦੀ ਜਨਤਾ ਤੈਅ ਕਰੇਗੀ ਕਿ ਸੀਐਮ ਕੌਣ ਹੋਣਾ ਚਾਹੀਦਾ। ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਖਬਰਾਂ ਕਿਸ ਦਾ ਪੰਜਾਬ 2022 ਦੇ ਵਿੱਚ। ਨਵਜੋਤ ਸਿੱਧੂ ਅਕਸਰ ਹੀ ਆਪਣੇ ਬੇਬਾਕੀ ਦੇ ਵਿੱਚ ਕੁਝ ਗੱਲਾਂ ਅਜਿਹੀਆਂ ਕਹਿ ਜਾਂਦੇ ਨੇ ਜਿਹੜੀਆਂ ਹਾਈ ਕਮਾਂਡ ਨੂੰ ਚੁੱਭਦੀਆਂ ਜ਼ਰੂਰ ਨੇ। ਅਜਿਹੀ ਇੱਕ ਗੱਲ ਫਿਰ ਤੋਂ ਨਵਜੋਤ ਸਿੰਘ ਸਿੱਧੂ ਨੇ ਕਹੀ ਹੈ। ਇੱਕ ਪ੍ਰੈਸ ਕਾਨਫਰੰਸ ਦੌਰਾਨ ਉਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉੱਪਰਲੇ ਚਾਹੁੰਦੇ ਨੇ ਕਿ ਪੰਜਾਬ ਦਾ ਸੀਐਮ ਫੇਸ ਅਜਿਹਾ ਹੋਣਾ ਚਾਹੀਦਾ ਜੋ ਕਠਪੁਤਲੀ ਹੋਵੇ, ਜੋ ਉਹਨਾਂ ਦੇ ਇਸ਼ਾਰਿਆਂ ਤੇ ਨੱਚੇ। ਕੀ ਤੁਸੀਂ ਵੀ ਇਹੀ ਚਾਹੁੰਦੇ ਹੋ ਕਿ ਕਠਪੁਤਲੀ ਵਾਲਾ ਸੀਐਮ ਹੋਵੇ? ਜਿੱਦਾਂ ਸਿੱਧਾ ਸਿੱਧਾ ਇਸ਼ਾਰਾ ਉਹਨਾਂ ਨੇ ਇਹ ਕੀਤਾ ਕਿ ਹਾਈ ਕਮਾਂਡ ਚਾਹੁੰਦੀ ਹੈ ਕਿ ਚਰਨਜੀਤ ਚੰਨੀ ਸੀਐਮ ਉਮੀਦਵਾਰ ਹੋਣ, ਕਿਉਂਕਿ ਚਰਨਜੀਤ ਚੰਨੀ ਹਾਈ ਕਮਾਂਡ ਦੀ ਹਰ ਗੱਲ ਮੰਨਦੇ ਨੇ। ਇਹ ਇਸ਼ਾਰਿਆਂ ਦੇ ਵਿੱਚ ਬਹੁਤ ਵੱਡੀ ਗੱਲ ਕਹਿ ਗਏ ਨੇ। जी हाँ, अजकल सिद्धू साहब दे चेहरे दी रंगत थोड़ी उड्डी पई है, थोड़ी बुझी पई है। शायद ऐसे लई क्योंकि सियासी गलियारियां च यह खबरां घुम रही ने कि कांग्रेस दे सीएम फेस दी दौड़ तो सिद्धू पछड़ते नजर आ रहे हैं। शायद ऐसे लई पिछले कई दिनों तो सिद्धू हाईकमान नूं सीधा संकेत दे रहे हैं कि मैनू दर्शनी घोड़ा ना बना दिओ। ਹੁਣ ਇਹੀ ਦਰਸ਼ਨੀ ਘੋੜਾ ਬਗਾਵਤ ਦੀ ਤਿਆਰੀ ਵੀ ਕਰ ਰਿਹਾ। ਇਹ ਦਰਸ਼ਨੀ ਘੋੜਾ ਕਾਂਗਰਸ ਹਾਈ ਕਮਾਨ ਨੂੰ ਇਹ ਵਿਖਾਉਣ ਦੀ ਤਿਆਰੀ 'ਚ ਹੈ ਕਿ ਮੇਰੇ ਅੱਗੇ ਤੁਸੀਂ ਹਾਈ ਨਹੀਂ, ਲੋ ਤੋਂ ਵੀ ਹੇਠਾਂ ਹੋ ਤੇ ਮੈਂ ਸਿਰਫ ਦਰਸ਼ਨੀ ਘੋੜਾ ਬਣ ਕੇ ਰਹਿਣ ਵਾਲਿਆਂ 'ਚੋਂ ਨਹੀਂ। ਜੀ ਹਾਂ, ਹਾਲ ਹੀ 'ਚ ਸਿੱਧੂ ਵੱਲੋਂ ਇੱਕ ਤੋਂ ਬਾਅਦ ਇੱਕ ਦਿੱਤੇ ਗਏ ਬਿਆਨਾਂ ਤੋਂ ਤਾਂ ਕੁਝ ਅਜਿਹਾ ਹੀ ਜਾਪਦਾ। ਮੁੱਖ ਮੰਤਰੀ ਚਿਹਰੇ ਦੇ ਐਲਾਨ ਤੋਂ 2 ਦਿਨ ਪਹਿਲਾਂ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਕਾਂਗਰਸ ਹਾਈ ਕਮਾਨ ਤੇ ਹੀ ਵੱਡਾ ਹਮਲਾ ਬੋਲ ਦਿੱਤਾ। ਅੰਮ੍ਰਿਤਸਰ 'ਚ ਚੋਣ ਪ੍ਰਚਾਰ ਦੌਰਾਨ ਆਪਣੇ ਸਮਰਥਕਾਂ ਦੇ ਨਾਲ ਘਿਰੇ ਸਿੱਧੂ ਨੇ ਕਿਹਾ ਕਿ ਉੱਪਰ ਵਾਲੇ ਚਾਹੁੰਦੇ ਨੇ ਕਿ ਕੋਈ ਕਮਜ਼ੋਰ ਹੀ ਮੁੱਖ ਮੰਤਰੀ ਬਣੇ, ਜਿਹੜਾ ਇਹਨਾਂ ਦੀ ਤਾਲ ਤੇ ਹੀ ਤਾਥਈਆ ਕਰਦਾ ਰਹੇ। ਉੱਪਰੋਂ ਕਹਿਣਗੇ ਕਿ ਨੱਚ ਮੇਰੀ ਬੁਲਬੁਲ ਪੈਸਾ ਮਿਲੇਗਾ। ਇੰਨਾ ਹੀ ਬਸ ਨਹੀਂ ਹੁੰਦਾ। ਸਿੱਧੂ ਸਾਹਿਬ ਅੱਗੇ ਕਹਿੰਦੇ ਨੇ ਕਿ ਪਹਿਲਾਂ ਬਾਹ ਮਰੋੜਦੇ ਨੇ, ਫਿਰ ਦਰਦ ਹੋਣ ਤੇ ਉਹ ਛੱਡ ਦਿੰਦੇ ਨੇ। ਇਹ ਤੇ ਕੁਝ ਨਹੀਂ ਚਾਹੁੰਦੇ ਮਹਾਰਾਜ, ਉੱਪਰ ਵਾਲੇ ਤਾਂ ਚਾਹੁੰਦੇ ਆ ਕੋਈ ਕਮਜ਼ੋਰ ਜਿਹਾ ਮੁੱਖ ਮੰਤਰੀ ਹੋਵੇ ਜਿਹੜਾ ਇਹਨਾਂ ਦੀ ਤਾਲ ਦੇ ਉੱਤੇ ਨੱਚੇ ਤਾਥਾ ਤਈਆ, ਫਿਰ ਉੱਤੋਂ ਕਹਿਣ ਨਾਚ ਮੇਰੀ ਬੁਲਬੁਲ ਕੇ ਪੈਸਾ ਮਿਲੇਗਾ, ਕਹਾਂ ਕਦਰਦਾਨ ਹਮਾਰੇ ਜੈਸਾ ਮਿਲੇਗਾ। ਆਹਾ, ਇੱਕ ਪਾਸੇ ਸਿੱਧੂ ਸਾਹਿਬ ਨੇ ਤਾਥਈਆ ਕਿਹਾ, ਦੂਜੇ ਪਾਸੇ ਸਮਰਥਕਾਂ ਨੂੰ ਵੀ ਸ਼ਾਇਦ ਇਸ਼ਾਰਾ ਮਿਲ ਗਿਆ ਕਿ ਨਾਰੇ ਲਾਉਣੇ ਨੇ। ਹਮਾਰਾ ਸੀਐਮ ਕੈਸਾ ਹੋ, ਨਵਜੋਤ ਸਿੱਧੂ ਜੈਸਾ ਹੋ। ਇਹ ਤੇ ਕੁਝ ਨਹੀਂ ਚਾਹੁੰਦੇ ਮਹਾਰਾਜ, ਉੱਪਰ ਵਾਲੇ ਤਾਂ ਚਾਹੁੰਦੇ ਆ ਕੋਈ ਕਮਜ਼ੋਰ ਜਿਹਾ ਮੁੱਖ ਮੰਤਰੀ ਹੋਵੇ ਜਿਹੜਾ ਇਹਨਾਂ ਦੀ ਤਾਲ ਦੇ ਉੱਤੇ ਨੱਚੇ ਤਾਥਾ ਤਈਆ, ਫਿਰ ਉੱਤੋਂ ਕਹਿਣ ਨਾਚ ਮੇਰੀ ਬੁਲਬੁਲ ਕੇ ਪੈਸਾ ਮਿਲੇਗਾ, ਕਹਾਂ ਕਦਰਦਾਨ ਹਮਾਰੇ ਜੈਸਾ ਮਿਲੇਗਾ। ਪਹਿਲਾਂ ਬਾਹ ਮਰੋੜ ਲੈਂਦੇ, ਜਦੋਂ ਆਈ ਕਰਦਾ ਫਿਰ ਤੁਮ ਛੱਡ ਦਿੰਦੇ। ਕੀ ਇਹੋ ਜਿਹਾ ਮੁੱਖ ਮੰਤਰੀ ਚਾਹੁੰਦੇ ਹੋ ਤੁਸੀਂ? ਦੱਸੋ। हमारा सीएम कैसा हो? ਸਿੱਧੂ ਸਾਹਿਬ ਦੇ ਇਸ ਤਾਜੇ ਗਰਮਾ ਗਰਮ ਬਿਆਨ ਨੇ ਇੱਕ ਤਾਜ਼ੀ ਚਰਚਾ ਵੀ ਛੇੜ ਦਿੱਤੀ ਹੈ ਕਿ ਕੀ ਸਿੱਧੂ ਸਿੱਧੇ ਤੌਰ ਤੇ ਹਾਈ ਕਮਾਨ ਨੂੰ ਅੱਖਾਂ ਵਿਖਾ ਰਹੇ ਨੇ? ਕੀ ਸਿੱਧੂ ਨੂੰ ਬਸ ਸੀਐਮ ਦੀ ਕੁਰਸੀ ਪਿਆਰੀ ਹੈ, ਪੰਜਾਬ ਨਹੀਂ? ਜੇ ਕੁਰਸੀ ਨਹੀਂ ਤਾਂ ਕੁਝ ਵੀ ਨਹੀਂ। ਇਹ ਚਰਚਾ ਇਸ ਲਈ ਵੀ ਛਿੜ ਗਈ ਹੈ ਕਿਉਂਕਿ ਬੀਤੇ ਦਿਨੀ ਸਿੱਧੂ ਦੀ ਧਰਮ ਪਤਨੀ ਨਵਜੋਤ ਕੌਰ ਵੱਲੋਂ ਇਹ ਬਿਆਨ ਵੀ ਦਿੱਤਾ ਗਿਆ ਸੀ ਕਿ ਜੇਕਰ ਐਤਕੀ ਨਾ ਜਿੱਤੇ ਅਸੀਂ ਆਪਣੇ ਪੁਰਾਣੇ ਪੇਸ਼ਿਆਂ ਵੱਲ ਵਾਪਸ ਪਰਤ ਜਾਵਾਂਗੇ, ਸਿਆਸਤ ਛੱਡ ਦੇਵਾਂਗੇ। ਤਾਂ ਲਓ ਫਿਰ ਮਿਸਟਰ ਸਿੱਧੂ ਤੋਂ ਬਾਅਦ ਮੈਡਮ ਸਿੱਧੂ ਨੂੰ ਵੀ ਸੁਣ ਲਓ। ਨਿਰਣੇ ਲੈਣ ਦੀ ਤਾਕਤ ਦਈਓ, ਭਾਵੇਂ ਕੋਈ ਨਿਰਣਾ ਹੋਏ, ਬਸ ਦਰਸ਼ਨੀ ਘੋੜਾ ਨਾ ਬਣਾ ਦਿਓ, ਬਾਕੀ ਸਭ ਠੀਕ ਹੈ। Navjot was getting 25 lakhs for 1 hour of work. So it is not easy. Then it will be God's grace. Like, you know, I'm saying whatever God wants for us. So if this time we don't get a chance, then I'm very, very sure we'll go our ways and work hard in our professions, travel the world and do what we want to do. ਸਿੱਧੂ ਵੱਲੋਂ ਕਠਪੁਤਲੀ ਸੀਐਮ ਵਾਲੇ ਬਿਆਨ ਤੋਂ ਬਾਅਦ ਉਹ ਮੁੜ ਵਿਰੋਧੀਆਂ ਦੇ ਨਿਸ਼ਾਨੇ ਤੇ ਆ ਗਏ ਨੇ। ਸਿੱਧੂ ਨੂੰ ਅੰਮ੍ਰਿਤਸਰ ਪੂਰਬੀ ਤੋਂ ਸਿੱਧੀ ਟੱਕਰ ਦੇ ਰਹੇ ਸੀਨੀਅਰ ਅਕਾਲੀ ਆਗੂ ਬਿਕਰਮ ਮਜੀਠੀਆ ਨੇ ਸਿੱਧੂ ਤੇ ਸ਼ਬਦੀ ਤੀਰ ਦਾਗਦਿਆਂ ਕਿਹਾ ਕਿ ਆਪਣੇ ਇਸ ਬਿਆਨ ਦੇ ਨਾਲ ਸਿੱਧੂ ਨੇ ਦਲਿਤ ਭਾਈਚਾਰੇ ਦਾ ਅਪਮਾਨ ਕੀਤਾ ਹੈ। ਸਿੱਧੂ ਦਲਿਤ ਵਿਰੋਧੀ ਨੇ।
ਜਦ ਤੋਂ ਚਰਨਜੀਤ ਚੰਨੀ ਮੁੱਖ ਮੰਤਰੀ ਬਣੇ ਨੇ ਸਿੱਧੂ ਨੇ ਹਰ ਮੁੱਦੇ ਤੇ ਚੰਨੀ ਦਾ ਵਿਰੋਧ ਕੀਤਾ ਹੈ, ਉਹਨਾਂ ਨੂੰ ਜ਼ਲੀਲ ਕੀਤਾ ਹੈ। ਨਵਜੋਤ ਸਿੰਘ ਸਿੱਧੂ ਕੀ ਕਰ ਰਿਹਾ? ਉਹਨੇ ਕੱਲ ਹੀ ਕਹਿਤਾ ਕਿ ਕਠਪੁਤਲੀ, ਉਹਨੇ ਕੱਲ ਹੀ ਕਹਿਤਾ ਕਮਜ਼ੋਰ। ਔਰ ਜਿਸ ਦਿਨ ਦੇ ਚੰਨੀ ਸਾਹਿਬ ਬਣੇ ਆ, ਸਭ ਤੋਂ ਵੱਧ ਉਹਨਾਂ ਨੂੰ ਅਪਮਾਨਿਤ ਕਰਨ ਦਾ ਕੰਮ ਤਾਂ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕੀਤਾ। ਹਰ ਮੁੱਦੇ ਤੇ ਉਹਨਾਂ ਨੂੰ ਬੇਇੱਜ਼ਤ ਕੀਤਾ, ਉਹਨਾਂ ਦੇ ਫੈਸਲੇ ਨੂੰ ਕ੍ਰਿਟਿਸਾਈਜ਼ ਕੀਤਾ। ਸੋ ਉਹਨਾਂ ਨੂੰ ਬੀਜੇਪੀ ਕੀ ਕਰ ਰਹੀ ਹੈ ਉਹਦਾ ਫਿਕਰ ਛੱਡਣ, ਆਪ ਦੀ ਕਾਂਗਰਸ ਦੀ ਜੋ ਪ੍ਰਧਾਨ ਦੀ ਸੋਚ ਹੈ ਉਹ ਤਾਂ ਫਿਕਰ ਕਰਨ। ਈਡੀ ਰੇਡ ਕਰੇ ਤਾਂ ਕਹਿੰਦੇ ਭਾਜਪਾ ਕਾਰਵਾਈ ਕਰ ਰਹੀ ਹੈ, ਉਹ ਤਾਂ ਰੇਡ ਪਰ ਰੇਡ ਕਰੀ ਜਾ ਰਿਹਾ ਸਿੱਧੂ। ਔਰ ਉਹ ਅਪਮਾਨਿਤ ਪਹਿਲੇ ਦਿਨ ਤੋਂ ਉਹਨੂੰ ਕਰ ਰਿਹਾ। ਉਹਨੂੰ ਗੁੱਸਾ ਹੀ ਇਸ ਗੱਲ ਦਾ ਕਿ ਦਲਿਤ ਚਿਹਰਾ, ਸ਼ਡਿਊਲ ਕਾਸਟ ਭਾਈਚਾਰੇ ਤੋਂ ਬੰਦਾ ਮੁੱਖ ਮੰਤਰੀ ਕਿਉਂ ਬਣ ਗਿਆ ਔਰ ਕਾਂਗਰਸ ਦਾ ਪ੍ਰਧਾਨ ਹੈ। ਇਸ ਲਈ ਸਭ ਤੋਂ ਵੱਧ ਜੇ ਕਿਸੇ, ਔਰ ਇਹੀ ਗੱਲ ਜੋਸਫ ਸਾਹਿਬ ਕਹਿ ਰਹੇ ਆ, ਇਹਨਾਂ ਦੇ ਮੂੰਹੋਂ ਵੀ ਸੁਣ ਲਿਓ ਕਿ ਕਿਸ ਤਰੀਕੇ ਦੀ ਨਫ਼ਰਤ ਸਿੱਧੂ ਸਾਹਿਬ ਨੂੰ, ਇੱਕ ਤਰੀਕੇ ਦੀ ਬਦਬੂ ਆਉਂਦੀ ਆ। ਜੋ ਇਹਨਾਂ ਦੀ ਸ਼ਬਦਾਵਲੀ, ਜੋ ਸੋਚ ਕ੍ਰਿਸਚੀਅਨ ਮਾਈਨੋਰਿਟੀ ਪ੍ਰਤੀ, ਸ਼ਡਿਊਲ ਕਾਸਟ ਭਾਈਚਾਰੇ ਪ੍ਰਤੀ ਜੋ ਦੇਖਣ ਨੂੰ ਮਿਲ ਰਹੀ। ਇਹ ਕੋਈ ਪਹਿਲੀ ਵਾਰ ਨਹੀਂ ਸੀ ਕਿ ਸਿੱਧੂ ਨੇ ਇਸ਼ਾਰਿਆਂ 'ਚ ਹਾਈ ਕਮਾਨ ਤੇ ਹਮਲਾ ਬੋਲਿਆ ਹੋਵੇ ਜਾਂ ਖੁਦ ਨੂੰ ਸੀਐਮ ਚਿਹਰਾ ਐਲਾਨਣ ਦੀ ਗੱਲ ਕਹੀ ਹੋਵੇ। ਪਰ ਹੁਣ ਤਾਂ ਕਾਂਗਰਸੀ ਆਗੂਆਂ ਨੂੰ ਇਹੀ ਚਿੰਤਾ ਸਤਾ ਰਹੀ ਹੈ ਕਿ ਜੇਕਰ ਆਉਣ ਵਾਲੀ 6 ਤਰੀਕ ਨੂੰ ਸਿੱਧੂ ਦਾ ਨਾਮ ਸੀਐਮ ਫੇਸ ਵਜੋਂ ਨਾ ਐਲਾਨਿਆ ਗਿਆ ਤਾਂ ਸਿੱਧੂ ਨੂੰ ਕਿਧਰੇ ਵੱਡਾ ਸਦਮਾ ਹੀ ਨਾ ਲੱਗ ਜਾਵੇ ਤੇ ਸਿੱਧੂ ਦੀ ਬਗਾਵਤ ਦਾ ਭਾਂਬੜ ਕਾਂਗਰਸ ਦੀ ਕਾਇਨਾਤ ਹੀ ਨਾ ਫੂਕ ਦੇਵੇ। ਜਲੰਧਰ ਤੋਂ ਪਤਰਸ ਮਸੀਹ ਅਤੇ ਅੰਮ੍ਰਿਤਸਰ ਤੋਂ ਮਨਿੰਦਰ ਮੋਂਗਾ ਦੇ ਨਾਲ ਬਿਊਰੋ ਰਿਪੋਰਟ ਪੀਟੀਸੀ ਨਿਊਜ਼। ਉਧਰ ਦੂਜੇ ਪਾਸੇ ਚੰਨੀ ਦਾ ਹਨੀ ਮਨੀ ਮਾਮਲੇ ਦੇ ਵਿੱਚ ਧਰ ਲਿਆ ਗਿਆ ਈਡੀ ਵੱਲੋਂ, ਔਰ ਗੱਲ ਤਾਂ ਇੱਥੋਂ ਤੱਕ ਚੱਲੀ ਹੈ ਕਿ ਪਹਿਲਾਂ ਮਨੀ ਫੜੀ ਗਈ, ਫਿਰ ਹਨੀ ਫੜਿਆ ਗਿਆ ਤੇ ਹੁਣ ਵਾਰੀ ਚੰਨੀ ਦੀ ਆਉਣ ਵਾਲੀ ਹੈ, ਕਿਉਂਕਿ ਈਡੀ ਨੇ ਇਹ ਜਾਂਚ ਕੀਤੀ ਹੈ। ਇਸ ਜਾਂਚ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਅਜਿਹੀਆਂ ਪਾਈਆਂ ਗਈਆਂ ਨੇ ਜਿੱਥੋਂ ਇਹ ਪਤਾ ਲੱਗਦਾ ਕਿ ਸਿਰਫ ਹਨੀ ਤੱਕ ਹੀ ਨਹੀਂ, ਬਹੁਤ ਦੂਰ ਤੱਕ ਲੋਕਾਂ ਦੇ ਹੱਥ ਜੁੜੇ ਹੋਏ ਨੇ ਇਸ ਪੂਰੇ ਮਸਲੇ 'ਚ। ਇੱਕ ਪਾਸੇ ਪੂਜਾ, ਦੂਜੇ ਪਾਸੇ ਪਿਆ ਪੰਗਾ। ਇੱਕ ਪਾਸੇ ਹਵਨ, ਦੂਜੇ ਪਾਸੇ ਉੱਡੀਆਂ ਹਵਾਈਆਂ। ਚੰਨੀ ਦਾ ਹਨੀ ਈਡੀ ਨੇ ਕੀਤਾ ਗ੍ਰਿਫਤਾਰ। ਜੀ ਹਾਂ, ਇੱਕ ਪਾਸੇ ਚਰਨਜੀਤ ਸਿੰਘ ਚੰਨੀ ਰਾਤ ਦੇ ਹਨੇਰੇ 'ਚ ਵਰਦੇ ਮੀਂਹ 'ਚ ਹਿਮਾਚਲ ਪ੍ਰਦੇਸ਼ ਦੇ ਕਾਂਗੜਾ 'ਚ ਮਾਤਾ ਬਗਲਾਮੁਖੀ ਮੰਦਿਰ 'ਚ ਪੂਜਾ ਅਰਚਨਾ ਕਰਨ ਦੇ ਲਈ ਪਹੁੰਚ ਗਏ। ਉਧਰ ਦੂਜੇ ਪਾਸੇ ਈਡੀ ਦੀ ਟੀਮ ਚੰਨੀ ਦੇ ਹਨੀ ਨੂੰ ਆਪਣੀ ਗਿਰਫਤ 'ਚ ਲੈ ਕੇ ਈਡੀ ਦੇ ਜਲੰਧਰ ਵਾਲੇ ਦਫ਼ਤਰ 'ਚ ਪਹੁੰਚ ਗਈ। ਇੱਕ ਪਾਸੇ ਚੰਨੀ ਸਾਹਿਬ ਦੀ ਪੂਜਾ ਅਰਚਨਾ ਹਵਨ ਚੱਲ ਰਿਹਾ ਸੀ, ਦੂਜੇ ਪਾਸੇ ਚੰਨੀ ਸਾਹਿਬ ਦੇ ਹਨੀ ਯਾਨੀ ਕਿ ਭੁਪਿੰਦਰ ਹਨੀ ਦੇ ਚਿਹਰੇ ਦੀਆਂ ਹਵਾਈਆਂ ਉੱਡੀਆਂ ਪਈਆਂ ਸੀ। ਇੱਕ ਪਾਸੇ ਚੰਨੀ ਸਾਹਿਬ ਅੱਖਾਂ ਬੰਦ ਕਰਕੇ ਰੱਬ ਨੂੰ ਚੇਤੇ ਕਰ ਰਹੇ ਸੀ, ਸ਼ਾਇਦ ਅਰਦਾਸ ਕਰ ਰਹੇ ਹੋਣੇ ਐ ਕਿ ਰੱਬਾ ਮੈਨੂੰ ਸੀਐਮ ਫੇਸ ਬਣਾ ਦੇ, ਰੱਬਾ ਮੈਨੂੰ ਸੀਐਮ ਫੇਸ ਬਣਾ ਦੇ। ਦੂਜੇ ਪਾਸੇ ਚੰਨੀ ਦਾ ਹਨੀ ਵੀ ਰੱਬ ਨੂੰ ਚੇਤੇ ਕਰਕੇ ਇਹੀ ਕਹਿ ਰਿਹਾ ਸੀ ਕਿ ਰੱਬਾ ਕਿਸੇ ਤਰ੍ਹਾਂ ਬਚਾ ਲੈ, ਕਿਸੇ ਤਰ੍ਹਾਂ ਕਢਾ ਲੈ। ਜੀ ਹਾਂ, ਸੀਐਮ ਚਿਹਰੇ ਦੇ ਐਲਾਨ ਤੋਂ ਕੁਝ ਸਮਾਂ ਪਹਿਲਾਂ ਮੁੱਖ ਮੰਤਰੀ ਚਰਨਜੀਤ ਚੰਨੀ ਸਾਹਿਬ ਨੂੰ ਵੱਡਾ ਝਟਕਾ ਲੱਗਾ। ਈਡੀ ਵੱਲੋਂ ਚਰਨਜੀਤ ਸਿੰਘ ਚੰਨੀ ਦਾ ਭਾਣਜਾ ਜਲੰਧਰ ਤੋਂ ਦੇਰ ਰਾਤ ਗ੍ਰਿਫਤਾਰ ਕਰ ਲਿਆ ਗਿਆ। ਕਰੀਬ 6 ਘੰਟਿਆਂ ਤੱਕ ਚੱਲੀ ਪੁੱਛ ਪੜਤਾਲ ਤੋਂ ਬਾਅਦ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਭਾਣਜੇ ਹਨੀ ਨੂੰ ਈਡੀ ਵੱਲੋਂ ਗ੍ਰਿਫਤਾਰ ਕਰਕੇ ਪਹਿਲਾਂ ਬਕਾਇਦਾ ਹਨੀ ਸਾਹਿਬ ਦਾ ਮੈਡੀਕਲ ਕਰਵਾਇਆ ਗਿਆ ਤੇ ਫਿਰ ਜਲੰਧਰ ਸੈਸ਼ਨ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਵੀ ਹਾਸਲ ਕਰ ਲਿਆ ਗਿਆ। ਸਾਡੇ ਕੋਲ ਪੇਸ਼ੈਂਟ ਆਇਆ ਸੀਗਾ ਹੁਣੀ ਈਡੀ ਡਿਪਾਰਟਮੈਂਟ ਵੱਲੋਂ, ਜਿਹਦਾ ਨਾਮ ਸੀਗਾ ਭੁਪਿੰਦਰ ਸਿੰਘ ਸਨ ਆਫ ਸੰਤੋਖ ਸਿੰਘ, 35 ਸਾਲ ਮੇਲ ਸੀਗਾ ਤੇ ਉਹਦੇ ਵਾਈਟਲ ਸਾਰੇ ਸਟੇਬਲ ਸੀਗੇ। ਆਪਾਂ ਚੈੱਕ ਕਰਵਾਇਆ ਉਹਨੂੰ। ਜਿਹੜਾ ਪੇਸ਼ੈਂਟ ਆ ਉਹ ਨੌਨ ਕੇਸ ਆ ਡਾਇਬਟੀਜ਼ ਦਾ ਤੇ ਹਾਈਪਰਟੈਂਸ਼ਨ ਦਾ, ਤੇ ਹੁਣ ਜਦੋਂ ਆਇਆ ਸਾਡੇ ਕੋਲ ਉਦੋਂ ਵਿੱਚ ਸਾਰੇ ਨਾਰਮਲ ਵਿਦਨ ਲਿਮਿਟ ਸੀਗੇ ਤੇ ਹੁਣ ਪੇਸ਼ੈਂਟ ਬਿਲਕੁਲ ਠੀਕ ਸੀਗਾ। ਅਸੀਂ ਉਹਦੀ ਮੈਡੀਕਲ ਐਗਜ਼ਾਮੀਨੇਸ਼ਨ ਕਰਕੇ ਉਹਨੂੰ ਈਡੀ ਡਿਪਾਰਟਮੈਂਟ ਦੁਬਾਰਾ ਦੇ ਦਿੱਤਾ। ਉਧਰ ਆਪਣੇ ਭਾਣਜੇ ਆਪਣੇ ਹਣੀ ਤੇ ਹੋਈ ਇਸ ਕਾਰਵਾਈ ਤੋਂ ਬਾਅਦ, ਆਪਣੇ ਹਣੀ ਦੀ ਗ੍ਰਿਫਤਾਰੀ ਤੋਂ ਬਾਅਦ ਸ਼ਾਇਦ ਚੰਨੀ ਸਾਹਿਬ ਨੂੰ ਸਦਮਾ ਜਿਹਾ ਲੱਗ ਗਿਆ। ਉਹ ਮਾਯੂਸ ਹੋਏ ਪਏ ਨੇ। ਐਸੇ ਲਈ ਤਾਂ ਮੀਡੀਆ ਦੇ ਸਵਾਲਾਂ ਦਾ ਸਾਹਮਣਾ ਕਰਨ ਤੋਂ ਬਚਦੇ ਨਜ਼ਰ ਆਏ ਚਰਨਜੀਤ ਚੰਨੀ। ਬਸ ਇੰਨਾ ਹੀ ਕਹਿੰਦੇ ਨਜ਼ਰ ਆਏ ਕਿ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ ਤੇ ਉਹਨਾਂ ਨੂੰ ਕਾਨੂੰਨ ਤੇ ਪੂਰਾ ਭਰੋਸਾ ਹੈ। ਕਾਨੂੰਨ ਆਪਣਾ ਕੰਮ ਕਰੇ, ਸਾਨੂੰ ਕੋਈ ਇਤਰਾਜ਼ ਨਹੀਂ ਹੈ।
लेकिन मैं कह चुकी कि कानून अपना काम करे, सारू कोई इतराज नहीं। बिल्कुल बिल्कुल चन्नी साहब बिल्कुल, विरोधी भी तो यही कह रहे ने कि उन्होंने भी कानून ते पूरा भरोसा है। जिमें जिमें कानून अगे अपना काम करेगा, अगला नंबर शायद तुहाडा ही लगन वाला है। देखो, कांग्रेस पार्टी ने पिछले 5 साल इन्ना लुटिया, चन्नी ने तो 3 महीने च रिकॉर्ड कायम करते हैं। अज ओहदा भतीजा अंदर है ते भतीजे ने कहा, जिहड़ी मैनू पता लग्या कि पैसा चन्नी दा अद्धा पैसा रेते तो आया, अद्धा बदलियां ट्रांसफर च आया। जिहड़ा मुख्यमंत्री बदलियां चो पैसा ले, रेत माफिया तो ले, मुख्यमंत्री लैन के लायक नहीं है। मैंने लगता इलेक्शन के बाद चन्नी भी अंदर जाऊगा। मैंने पहले ये बात सबके आगे रखी थी कि 3 लोगों की कहानी है ये, चन्नी, हनी और मनी। मनी पहले पकड़ा गया, अब हनी पकड़ा गया, अब चन्नी की बारी है। क्योंकि हनी की पहचान सिर्फ ये है कि वो चन्नी का साली का लड़का है और उसको किस ब्याह पे सीएम सिक्योरिटी दी गई थी। वो जो पैसे कमा रहा था या संभाल रहा है, जो रिकवरी हुई है, वो सारे पैसे चन्नी के हैं, वो हनी के पैसे नहीं है। हनी तो उसका एक तरीके से ट्रेजरर है, खजांची है, और ये सारे पैसे इलीगल गॉटन वेल्थ है। ये सारे पैसे पंजाब के लोगों के खजाने की लूट है। 3 महीने में चन्नी साहब ने सिर्फ और सिर्फ चन्नी, हनी और मनी इकट्ठे हुए हैं, लोगों का कोई फायदा नहीं हुआ। ये बहुत बड़ा स्कैम है। दिस इज द टिप ऑफ द आइसबर्ग। ये तो अभी टिप है, अभी इंक्वायरी होगी, फिर अभी हनी और मनी पकड़े गए, चन्नी की बारी आएगी। और हम पहले भी कह रहे थे कि इलीगल माइनिंग में मुख्यमंत्री चन्नी सीधे तौर पर इन्वॉल्व है, और वही साबित हो गया। अब कांग्रेस चला रही है, किस बात के लिए चला रही है? ये पॉलिटिकल वेंडेटा तो तब कहते अगर ईडी रेड करती, वहां पे कुछ ना मिलता, तो कहते देखिए जी हमें परेशान करने की बात करते हैं। जब वहां पर 10 करोड़ रुपया कैश मिल गया, 56 करोड़ से अधिक के एसेट्स मिल गए, सोना जेवरात और चीजें मिल गई, तो उसके बाद ये कहना कि ये पॉलिटिकल वेंडेटा है, ये शर्म आनी चाहिए इन्हें ऐसी बात करते हुए। बल्कि इनको तो पंजाब की जनता को यह बताना चाहिए कि ये पैसा कहां से आया। अब मुख्यमंत्री चन्नी जो है वो जवाबदेह बनते हैं। वो पंजाब की जनता को बताएं कि उनके भांजे के पास 10 करोड़ रुपए कैश और 56 करोड़ के जो हीरे जवाहरात और चीजें मिली हैं, वो कहां से आई हैं। इसकी जवाबदेही कांग्रेस को देनी पड़ेगी। हम तो पहले कह रहे थे कि कांग्रेस के सारे मंत्री और एमएलए और उनके नेता जो है पंजाब को लूटने में लगे हुए हैं, पंजाब का खजाने में जाने की बजाय वो अपनी जेबों में डाल रहे हैं। सो इसकी जवाबदेही तो अब कांग्रेस को देनी पड़ेगी, मुख्यमंत्री चन्नी को देनी पड़ेगी। ਹੁਣ ਤੱਕ ਤਾਂ ਇਹੀ ਗੱਲ ਨਿਕਲ ਕੇ ਸਾਹਮਣੇ ਆ ਰਹੀ ਸੀ ਕਿ ਸੀਐਮ ਫੇਸ ਦੇ ਲਈ ਕਾਂਗਰਸ ਦਾ ਹੱਥ ਚਰਨਜੀਤ ਚੰਨੀ ਕੇ ਸਾਥ। ਪਰ ਹੁਣ ਇਸ ਕਾਰਵਾਈ ਤੋਂ ਬਾਅਦ ਚਰਨਜੀਤ ਚੰਨੀ ਦੀਆਂ ਮੁਸ਼ਕਲਾਂ 'ਚ ਵੀ ਹੋਰ ਜ਼ਿਆਦਾ ਵਾਧਾ ਹੋ ਗਿਆ। ਵਿਰੋਧੀ ਤਾਂ ਸਿੱਧੇ ਤੌਰ ਤੇ ਕਹਿ ਰਹੇ ਨੇ ਕਿ ਚੰਨੀ ਅਗਲਾ ਸੀਐਮ ਫੇਸ ਨਹੀਂ, ਈਡੀ ਵੱਲੋਂ ਗ੍ਰਿਫਤਾਰ ਕੀਤੇ ਜਾਣ ਵਾਲਾ ਅਗਲਾ ਸ਼ਖਸ ਹੋਵੇਗਾ। ਐਸੇ ਲਈ ਚੰਨੀ ਸਾਹਿਬ ਨੂੰ ਮਾਤਾ ਦੇ ਦਰਬਾਰ 'ਚ ਇੱਕ ਅੱਧਾ ਗੇੜਾ ਹੋਰ ਲਾ ਹੀ ਆਉਣਾ ਚਾਹੀਦਾ। ਜ਼ਿਕਰਯੋਗ ਹੈ ਕਿ 19 ਜਨਵਰੀ ਨੂੰ ਈਡੀ ਵੱਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਤੀਜੇ ਭੁਪਿੰਦਰ ਹਨੀ ਦੇ ਘਰ ਸਣੇ ਕਈ ਥਾਵਾਂ ਤੇ ਰੇਡ ਕੀਤੀ ਗਈ ਸੀ। ਰੇਡ ਦੌਰਾਨ ਲੱਖਾਂ ਰੁਪਈਆਂ ਦੀਆਂ ਮਹਿੰਗੀਆਂ ਘੜੀਆਂ, ਕੀਮਤੀ ਗਹਿਣੇ, 10 ਕਰੋੜ ਰੁਪਏ ਤੋਂ ਵੀ ਵੱਧ ਦਾ ਨਗਦ ਅਤੇ ਹੋਰ ਵੀ ਬੇਸ਼ਕੀਮਤੀ ਸਮਾਨ ਅਤੇ ਕਾਗਜ਼ ਬਰਾਮਦ ਕੀਤੇ ਗਏ ਸੀ। ਬਿਊਰੋ ਰਿਪੋਰਟ, ਪੀਟੀਸੀ ਨਿਊਜ਼। ਚੋਣ ਵਾਅਦਿਆਂ ਤੇ ਦਾਅਵਿਆਂ ਦੇ ਵਿੱਚ ਹੁਣ ਬੀਜੇਪੀ, ਢੀਂਡਸਾ ਤੇ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਵੀ ਪਿੱਛੇ ਨਹੀਂ ਹੈ। ਅੱਜ ਉਹਨਾਂ ਨੇ ਆਪਣਾ ਵਿਜ਼ਨ ਡਾਕੂਮੈਂਟ ਜਾਰੀ ਕਰਦਿਆਂ ਹੋਇਆ ਐਲਾਨ ਕੀਤਾ ਕਿ ਅਸੀਂ ਪੰਜਾਬ ਦੇ ਵਿੱਚ ਇਹ ਕ੍ਰਾਂਤੀਕਾਰੀ ਸੁਧਾਰ ਲੈ ਕੇ ਆਵਾਂਗੇ ਜੇਕਰ ਜਨਤਾ ਸਾਨੂੰ ਚੁਣਦੀ ਹੈ। ਸੁਣੋ ਪੰਜਾਬ ਦੇ ਲਈ ਕੀ ਵਿਜ਼ਨ ਹੈ ਇਹਨਾਂ ਤਿੰਨੇ ਧਿਰਾਂ ਦਾ। 11 ਕੀ ਨੇ ਸੰਕਲਪ? ਸ਼ਾਂਤੀ ਤੇ ਭਾਈਚਾਰਾ, ਮਾਫੀਆ ਮੁਕਤ ਪੰਜਾਬ, ਨਸ਼ਾ ਮੁਕਤ ਪੰਜਾਬ, हर हथ ਨੂੰ रोजगार, खुशहाल किसान, म्यारी शिक्षा, सब ਦਾ अधिकार,
औद्योगिक इनकलाब, सशक्त नारी, सबका साथ सबका विकास। ਨਵੇਂ ਭਾਜਪਾ ਦੇ ਵਿੱਚ ਸ਼ਾਮਲ ਹੋਏ ਮਨਜਿੰਦਰ ਸਿਰਸਾ ਨੇ ਹਾਲ ਹੀ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਇਹ ਬਿਆਨ ਦਿੱਤਾ ਸੀਗਾ ਕਿ ਬੀਜੇਪੀ ਜਿਹੜੇ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਤੇ ਢੀਂਡਸਾ ਦੀ ਪਾਰਟੀ ਜਿਹੜਾ ਅਲਾਇੰਸ ਹੋਇਆ ਉਹਦਾ ਜਿਹੜਾ ਸਿਪਾ ਸਲਾਰ ਹੋਏਗਾ, ਜਿਹੜਾ ਪਾਇਲਟ ਹੋਏਗਾ, ਉਹ ਕੈਪਟਨ ਅਮਰਿੰਦਰ ਸਿੰਘ ਨਹੀਂ ਹੋਏਗਾ। ਇੱਥੋਂ ਤੱਕ ਵੀ ਮਜ਼ਾਕ ਦੇ ਵਿੱਚ ਉਹਨਾਂ ਨੇ ਕਹਿ ਦਿੱਤਾ ਕਿ ਉਹ ਤਾਂ ਸਿਸਵਾ ਫਾਰਮ ਹਾਊਸ ਦੇ ਵਿੱਚ ਹੀ ਰਹਿਣਗੇ। ਉਸ ਦਾ ਜਵਾਬ ਅੱਜ ਬੀਜੇਪੀ ਦੇ ਸੀਨੀਅਰ ਲੀਡਰ ਹਰਦੀਪ ਪੁਰੀ ਹੋਰਾਂ ਨੇ ਦਿੱਤਾ ਕਿ ਮਨਜਿੰਦਰ ਸਿਰਸਾ ਕੌਣ ਹੁੰਦੇ ਨੇ ਇਹ ਕਹਿਣ ਵਾਲੇ, ਇਹ ਉਹਨਾਂ ਦੀ ਜੁਡਿਕਸ਼ਨ ਦੇ ਵਿੱਚ ਨਹੀਂ ਆਉਂਦਾ। ਕੈਪਟਨ ਅਮਰਿੰਦਰ ਸਿੰਘ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਹੂ ਇਜ਼ ਮਨਜਿੰਦਰ ਸਿਰਸਾ। महाराज पहली गल तो यह है सिरसा साहब ने लिपट ली है। पहले सिरसा साहब ने कुछ कितने कोई स्टेटमेंट दी है। ਜਦੋਂ मैं स्टेटमेंट पढ़ी, मैं साडे ਜਿਹੜੇ पंजाब के प्रभारी ने गजेंद्र सिंह शेखावत जी, साडे वरिष्ठ नेता मेरे मित्र, उन्होंने पूछा, उन्होंने कहा अगर आपसे कोई ये प्रश्न पूछे तो 2 दिन पहले मैंने जो बयान दिया उस पे आप लोगों को बताइए क्या है। ऐसी कोई संभावना नहीं, दिस इज आउट ऑफ क्वेश्चन। कोई साडे पार्टी बंदा इंडिविजुअल स्टेटमेंट दे जाए, वी आर अ हाईली डिसिप्लिन पार्टी। मैं इसलिए नहीं कह रहा क्योंकि अश्विनी शर्मा जी सुभाषी नाल बैठा, बीजेपी ਇਹੋ ਜਿਹੇ ਬੰਦੇ ਜਿਹੜੇ इंडिविजुअल कहते they may be reflecting their views. I am saying on record, I have been authorized by my senior colleague Shekhawat ji, who is responsible, that if asked this question I should say categorically that gentleman, whatever he is, whoever he is, may have been speaking in his personal capacity. ऐसी कोई संभावना नहीं है, there is nothing, this is out of the question. जिस तरह से स्टेटमेंट दी उन्होंने आपको लेके, मुख्यमंत्री चेहरे को लेके, I do not know who Mr. Sirsa is. I am not interested in Sirsa. This is for जो हमारी तीनों पार्टीज, ढींसा साहब की पार्टी, बीजेपी और हमारी पार्टी, बाद में जब एक बार जीत जाएंगे पंजाब, फिर बैठ के ये बातें तब होंगी। ਉਧਰ ਦੂਜੇ ਪਾਸੇ ਭਾਜਪਾ ਵੀ ਸਰਗਰਮ ਹੋ ਗਈ ਹੈ। ਜਦੋਂ ਦਾ ਕਿਸਾਨੀ ਅੰਦੋਲਨ ਖਤਮ ਹੋਇਆ ਉਸ ਤੋਂ ਬਾਅਦ ਭਾਜਪਾ ਦੇ ਪੈਰ ਪੰਜਾਬ ਦੇ ਵਿੱਚ ਲੱਗਣ ਲੱਗੇ ਨੇ। ਭਾਜਪਾ ਵੀ ਪੱਬਾਂ ਪਾਰ ਹੋਈ ਪਈ ਹੈ ਆਪਣੇ 2 ਸਾਥੀਆਂ ਦੇ ਨਾਲ, ਜਿਨ੍ਹਾਂ ਦੇ ਵਿੱਚ ਕੈਪਟਨ ਅਮਰਿੰਦਰ ਤੇ ਢੀਂਡਸਾ ਸਾਹਿਬ ਨਾਲ ਜੁੜੇ ਹੋਏ ਨੇ। ਬਸੀ ਹਲਕੇ ਦੇ ਵਿੱਚ ਪਹਿਲੀ ਵਾਰ ਜਦੋਂ ਭਾਜਪਾ ਮੈਦਾਨ ਦੇ ਵਿੱਚ ਉਤਰੀ ਹੈ ਤਾਂ ਭਾਜਪਾ ਵੱਲੋਂ ਉਮੀਦਵਾਰ ਬਣਾਏ ਗਏ ਸੰਜੀਵ ਖੰਨਾ ਸਾਡੇ ਨਾਲ ਹੈਗੇ, ਗੱਲ ਕਰਦੇ ਹਾਂ। ਸੰਜੀਵ ਜੀ, ਸਭ ਤੋਂ ਪਹਿਲਾਂ ਪੀਟੀਸੀ ਨਿਊਜ਼ ਤੇ ਸਵਾਗਤ ਤੁਹਾਡਾ। ਨਮਸਕਾਰ ਜੀ। ਸੰਜੀਵ ਜੀ, ਹੁਣ 15 ਦਿਨ ਤੋਂ ਵੀ ਘੱਟ ਦਾ ਸਮਾਂ ਰਹਿ ਗਿਆ ਹੈ ਪ੍ਰਚਾਰ 'ਚ, ਕਿਸ ਤਰੀਕੇ ਨਾਲ ਪ੍ਰਚਾਰ ਚੱਲ ਰਿਹਾ ਪਹਿਲਾਂ ਤਾਂ ਉਹ ਜਾਣਨਾ ਚਾਹਾਂਗਾ। ਦੇਖੋ ਜੀ, ਸਾਡਾ ਪ੍ਰਚਾਰ ਜਿਹੜਾ ਪੂਰੇ ਉਫਾਨ ਤੇ ਹੈ। ਇੱਕ ਬਦਲਾਵ ਦੀ ਜਿਹੜੀ ਲੋਕਾਂ ਦੇ ਮਨ 'ਚ ਭਾਵਨਾ ਹੈ ਭਾਰਤ ਦੇ ਪ੍ਰਧਾਨ ਮੰਤਰੀ ਨੂੰ, ਮੋਦੀ ਜੀ ਦੇ ਪ੍ਰਤੀ, ਤੇ ਮੋਦੀ ਜੀ ਨੂੰ ਲੈ ਕੇ ਹੀ ਆਣਾ, ਕਿਉਂਕਿ ਕੇਂਦਰ 'ਚ ਵੀ ਸਾਡੀ ਸਰਕਾਰ ਹੈ, ਪ੍ਰਦੇਸ਼ 'ਚ ਵੀ ਸਾਡੀ ਸਰਕਾਰ ਹੋਏਗੀ, ਤੇ ਮੁੜ ਪੰਜਾਬ ਨੂੰ ਅਸੀਂ ਸੋਨੇ ਦੀ ਚਿੜੀਆ ਬਣਾਉਣਾ ਹੈ, ਜਿਹੜੀ ਦੂਜੇ ਤੋਂ 17ਵੇਂ ਨੰਬਰ ਤੇ ਪਹੁੰਚ ਗਈ ਹੈ। ਤੇ ਪੰਜਾਬ ਦੇ ਵਿਕਾਸ ਲਈ ਔਰ ਭ੍ਰਸ਼ਟਾਚਾਰ ਮੁਕਤ ਇੱਥੇ ਸਰਕਾਰ ਬਣਾਉਣ ਵਾਸਤੇ, ਮੋਦੀ ਸਾਹਿਬ ਨੂੰ ਲਿਆਉਣ ਵਾਸਤੇ ਲੋਕਾਂ 'ਚ ਬਹੁਤ ਭਾਰੀ ਉਤਸ਼ਾਹ ਹੈ। ਕਿ ਭਾਜਪਾ ਉਸ ਤਰੀਕੇ ਦੇ ਵਿਸ਼ਵਾਸ ਨੂੰ ਕਾਇਮ ਕਰ ਪਾਇਆ ਹੈ ਕਿ ਜਿਹੜਾ ਕਾਇਮ ਕਿਸਾਨੀ ਅੰਦੋਲਨ ਤੋਂ ਪਹਿਲਾਂ ਸੀਗਾ, ਕਿਉਂਕਿ ਕਿਸਾਨ ਅੰਦੋਲਨ ਦੇ ਨਾਲ ਕਾਫੀ ਵੱਡੀ ਸੱਟ ਇੱਕ ਕਹਿ ਸਕਦੇ ਹੋ ਕਿ ਵੱਜੀ ਹੈ ਭਾਜਪਾ ਨੂੰ। ਤੁਸੀਂ ਉਹ ਵਿਸ਼ਵਾਸ ਕਾਇਮ ਕਰਨ ਦੇ ਵਿੱਚ ਕੀ ਕਾਮਯਾਬ ਹੋਏ ਹੋ? ਬਿਲਕੁਲ 100% ਹੋਏ ਆ। ਤੁਸੀਂ ਸਾਡੇ ਲਾਲੜੂ ਹਲਕੇ 'ਚ ਜਾ ਕੇ ਜੇ ਸਾਡੇ ਚੁਣਾਵ ਪ੍ਰਚਾਰ 'ਚ ਤੁਸੀਂ ਸਾਡੇ ਨਾਲ ਜਾਂਦੇ ਤਾਂ ਤੁਸੀਂ ਉੱਥੇ ਦੇਖ ਕੇ ਹੈਰਾਨ ਰਹਿ ਜਾਣਾ ਸੀ ਵੀ ਜਿਹੜੀਆਂ ਔਰਤਾਂ ਘੁੰਡ ਵਿੱਚ ਰਹਿੰਦੀਆਂ ਨੇ, ਬਿਲਕੁਲ ਕਿਸੇ ਦੇ ਸਾਹਮਣੇ ਨਹੀਂ ਆਉਂਦੀਆਂ, ਉਹਨਾਂ ਪਿੰਡਾਂ ਦੀ ਪ੍ਰਥਾ ਐਸੀ ਹੈ, ਉਹ ਸਾਰੀਆਂ ਇਹ ਦੇਖਣ ਆਈਆਂ ਸੀ ਜੀ ਮੋਦੀ ਵੱਲੋਂ ਕੈਂਡੀਡੇਟ ਕਿਹੜਾ ਹੈਗਾ। ਇੰਨਾ ਪਿਆਰ, ਇੰਨਾ ਸਹਿਯੋਗ ਸਾਨੂੰ ਪਿੰਡਾਂ 'ਚ ਜਿਹੜਾ ਮਿਲਿਆ, ਅਸੀਂ ਉਹਨਾਂ ਨੂੰ ਧੰਨਵਾਦ ਕਰਦੇ ਹਾਂ। ਇਸ ਹਲਕੇ ਵਿੱਚ ਡਿਊਟੀ ਲੱਗੀ ਹੈਗੀ ਹੈ ਭਾਜਪਾ ਦੇ ਸੀਨੀਅਰ ਆਗੂ ਹਰਜੀਤ ਸਿੰਘ ਗਰੇਵਾਲ ਦੀ, ਗੱਲ ਕਰਦੇ ਹਾਂ। ਗਰੇਵਾਲ ਸਾਹਿਬ, ਕਿਸ ਤਰੀਕੇ ਨਾਲ ਚੱਲ ਰਿਹਾ ਜੀ ਚੋਣ ਪ੍ਰਚਾਰ ਤੇ ਕਿਸ ਤਰੀਕੇ ਨਾਲ ਤੁਸੀਂ ਜਿੱਤ ਦਾ ਦਮ ਭਰ ਰਹੇ ਹੋ? ਦੇਖੋ ਜੀ, ਅਸੀਂ ਇਸ ਹਲਕੇ ਦੇ ਅੰਦਰ ਪਹਿਲੀ ਗੱਲ ਤਾਂ ਇਹ ਬੀਜੇਪੀ ਦੀ ਨੇਚਰ ਦੀ ਕੰਸਟੀਟਿਊਂਸੀ ਹੈ ਔਰ ਸਾਡਾ ਵੋਟ ਬੇਸ ਬਹੁਤ ਜ਼ਿਆਦਾ ਇੱਥੇ। ਤੇ ਦੂਸਰਾ, ਅਸੀਂ ਇਹਨੂੰ ਲੋਕਤੰਤਰ ਦੇ ਪਰਵ ਦੇ ਰੂਪ 'ਚ, ਤਿਉਹਾਰ ਦੇ ਰੂਪ 'ਚ ਲੈਂਦੇ ਹਾਂ ਚੋਣਾਂ ਨੂੰ, ਔਰ ਮੈਂ ਸਮਝਦਾ ਕਿ ਔਰ ਇਹ ਅਸੀਂ ਚੋਣਾਂ ਦੇ ਵਿੱਚ ਸਫਲ ਵੀ ਹੋਵਾਂਗੇ ਔਰ ਅੱਗੇ ਨੂੰ ਸਾਡਾ ਹੋਰ ਵੀ ਆਧਾਰ ਵੀ ਵਧੇਗਾ ਔਰ ਪੂਰਾ ਜ਼ੋਰ ਲਾ ਰਹੇ ਹਾਂ। ਬਾਕੀ ਲੋਕਾਂ ਦਾ ਆਸ਼ੀਰਵਾਦ ਮਿਲਣਾ ਹੁੰਦਾ, ਲੋਕਾਂ ਦੇ ਆਸ਼ੀਰਵਾਦ ਨਾਲ ਹੀ ਜਿੱਤ ਹੋਇਆ ਕਰਦੀ ਹੈ ਤੇ ਉਹ ਆਸ਼ੀਰਵਾਦ ਸਾਨੂੰ ਮਿਲਦਾ। ਦਿਨ ਦੀਆਂ ਸਭ ਤੋਂ ਵੱਡੀਆਂ ਸਿਆਸੀ ਸਰਗਰਮੀਆਂ ਲੈ ਕੇ ਕੱਲ ਨੂੰ ਫਿਰ ਤੋਂ ਹਾਜ਼ਰ ਹੋਵਾਂਗੇ। ਤਦ ਤੱਕ ਲਈ ਇਜਾਜ਼ਤ ਦਿਓ। ਧੰਨਵਾਦ।